बहुत स्वागत है जी सारिਆਂ ਦਾ। मैं हाँ सुरिंदर डला। बहुत महत्वपूर्ण प्रोग्राम ਦੇ ਵਿੱਚ ਸਾਡੇ ਨਾਲ ਮੌਜੂਦ ਨੇ ਮਨਪ੍ਰੀਤ ਰੰਧਾਵਾ ਜੀ। ਮਨਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਬਹੁਤ ਬਹੁਤ ਧੰਨਵਾਦ ਤੁਹਾਡਾ ਡੱਲਾ ਜੀ। ਬਹੁਤ ਧੰਨਵਾਦ ਮਨਪ੍ਰੀਤ ਜੀ। ਮਨਪ੍ਰੀਤ ਜੀ ਭਗਵੰਤ ਮਾਨ ਦੀ ਪੋਸਟ ਪੜ੍ਹੀ ਹੈ ਇੱਕ। ਭਗਵੰਤ ਮਾਨ ਉਹਨਾਂ ਨੇ ਸਮਾਂ ਮੰਗਿਆ ਰੰਗਲਾ ਪੰਜਾਬ ਬਣਾਉਣ ਦੇ ਲਈ। ਸਿਆਸੀ ਰੰਗਲਾ ਪੰਜਾਬ ਦੀ ਗੱਲ ਮੈਂ ਕਹਿ ਸਕਦਾ ਕਿ ਭਗਵੰਤ ਮਾਨ ਨੇ ਕੀਤੀ ਹੈ ਇੱਕ ਤਰੀਕੇ ਨਾਲ। ਹੁਣ ਭਗਵੰਤ ਮਾਨ ਸਮਾਂ ਮੰਗ ਰਹੇ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ। ਸਭ ਤੋਂ ਪਹਿਲਾਂ ਭਗਵੰਤ ਮਾਨ ਨੇ ਸਮਾਂ ਮੰਗ ਲਿਆ। ਮਨਪ੍ਰੀਤ ਰੰਧਾਵਾ ਜੀ ਤੁਹਾਡੀ ਓਪਨਿੰਗ ਟਿੱਪਣੀ ਭਗਵੰਤ ਮਾਨ ਦੇ ਸਮਾਂ ਮੰਗਣ ਦਾ ਮਤਲਬ ਕੀ ਹੈ, ਇਹਦੇ ਕੀ ਅਰਥ ਸਮਝੇ ਜਾਣ? ਦੇਖੋ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ, ਜਿਸ ਤਰ੍ਹਾਂ ਉਹਨਾਂ ਨੇ ਸਮਾਂ ਮੰਗਿਆ, ਕਾਰਨ ਇਹ ਆ ਡੱਲਾ ਜੀ ਕਿ ਵਾਅਦੇ ਬਹੁਤ ਕੀਤੇ ਹੋਏ ਆ, ਬਹੁਤ ਸਾਰੀਆਂ ਗਾਰੰਟੀਆਂ ਦਿੱਤੀਆਂ ਹੋਈਆਂ, ਔਰ ਜਿਹੜੇ ਲੋਕ ਨੇ ਉਹ ਬਹੁਤ ਉਤਾਵਲੇ। ਉਹਨਾਂ ਨੂੰ ਇਸ ਗੱਲ ਦਾ ਉਤਾਵਲੇ ਇਸ ਕਰਕੇ ਹੈ ਕਿ ਪਿਛਲੀਆਂ ਸਰਕਾਰਾਂ ਨੇ ਜਾਂ ਜਿਹੜੀਆਂ ਰਵਾਇਤੀ ਸਰਕਾਰਾਂ ਨੇ ਪਿਛਲੇ ਕਈ ਦਹਾਕਿਆਂ 'ਚ ਕੁਝ ਕੀਤਾ ਨਹੀਂ, ਔਰ ਜਿਸ ਤਰ੍ਹਾਂ ਦਾ ਬਹੁਮਤ ਆਮ ਆਦਮੀ ਪਾਰਟੀ ਨੂੰ ਦੇ ਕੇ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਭੇਜਿਆ ਜਾਂ ਸਰਕਾਰ ਬਣਾਈ ਆ, ਉਸ ਕਾਰਨ ਉਹਨਾਂ ਦੇ ਜਿਹੜੀਆਂ ਆਸਾਵਾਂ ਨੇ ਜਾਂ ਉਹਨਾਂ ਦੇ ਜਿਹੜੀਆਂ ਉਮੀਦਾਂ ਨੇ ਉਹ ਬਹੁਤ ਵੱਧ ਗਈਆਂ ਨੇ। ਭਗਵੰਤ ਮਾਨ ਨੂੰ ਵੀ ਪਤਾ ਲੱਗ ਰਿਹਾ ਕਿ ਜਿਸ ਤਰ੍ਹਾਂ ਉਹ ਐਲਾਨ ਕਰ ਰਹੇ ਨੇ ਜਾਂ ਜਿੱਦਾਂ ਹੀ ਕੋਈ ਅਨਾਉਂਸਮੈਂਟ ਕਰਦੇ ਨੇ, ਇੱਕ ਪਾਸੇ ਤਾਂ ਉਹ ਸੋਚਦੇ ਕਿ ਪੋਜ਼ਿਟਿਵ ਢੰਗ ਨਾਲ ਜਾਊਗੀ, ਪਰ ਨਾਲ ਦੀ ਨਾਲ ਰਿਐਕਸ਼ਨ ਆਉਣੇ ਸ਼ੁਰੂ ਹੋ ਜਾਂਦੇ। ਅੱਜ ਆਪਾਂ ਲਾਅ ਐਂਡ ਆਰਡਰ ਤੇ ਵੀ ਗੱਲ ਕਰ ਲਾਂਗੇ। ਇਸੇ ਚੀਜ਼ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਆ, ਉਸ ਤੇ ਵੀ ਗੱਲ ਕਰ ਲਾਂਗੇ। ਇਸੇ ਕਰਕੇ ਭਗਵੰਤ ਮਾਨ ਹੁਣਾਂ ਨੂੰ ਇਹ ਪੋਸਟ ਲਿਖਣੀ ਪਈ ਕਿ ਜਿਹੜਾ ਰੰਗਲਾ ਪੰਜਾਬ ਆ ਇਹ ਅਸੀਂ ਜ਼ਰੂਰ ਬਣਾਵਾਂਗੇ, ਪਰ ਤੁਹਾਨੂੰ ਮੈਨੂੰ ਕੁਝ ਸਮਾਂ ਦੇਣਾ ਪਊਗਾ। ਦੇਖੋ ਡੱਲਾ ਜੀ, ਤੁਹਾਨੂੰ ਵੀ ਪਤਾ, ਬਹੁਤ ਦੇਰ ਤੋਂ ਤੁਸੀਂ ਪੱਤਰਕਾਰਿਤਾ ਚੋਂ, ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਜਦੋਂ ਵੀ ਕਦੋਂ ਨਵੀਂ ਸਰਕਾਰ ਆਉਂਦੀ ਆ, ਆਮ ਤੌਰ ਤੇ ਉਹਨਾਂ ਨੂੰ ਇੱਕ ਸਮਾਂ ਦਿੱਤਾ ਜਾਂਦਾ ਜਿਹਨੂੰ ਅਕਸਰ ਅਸੀਂ ਹਨੀਮੂਨ ਪੀਰੀਅਡ ਵੀ ਕਹਿੰਦੇ ਆ। ਕਿਸੇ ਨੂੰ 3 ਮਹੀਨੇ ਦਾ, ਕਿਸੇ ਨੂੰ 6 ਮਹੀਨੇ ਦਾ ਸਮਾਂ ਦਿੱਤਾ ਜਾਂਦਾ, ਪਰ ਦਰਅਸਲ ਉਮੀਦਾਂ ਜਾਂ ਲੋਕਾਂ ਦਾ ਜਿਹੜਾ ਸੀਗਾ ਉਹ ਸਬਰ ਦਾ ਬੰਨ ਉਹ ਇੰਨਾ ਕੁ ਪਹਿਲਾਂ ਹੀ ਟੁੱਟ ਚੁੱਕਾ ਸੀ ਕਿ ਉਹ ਚਾਹੁੰਦੇ ਸੀ ਕਿ ਜਿਸ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਆਵੇ, ਸਾਰਾ ਬਦਲਾਵ ਨਾਲ ਦੀ ਨਾਲ ਹੀ ਹੋ ਜੇ। ਇਸੇ ਕਰਕੇ ਉਹਨਾਂ ਨੇ ਸਮਾਂ ਮੰਗਿਆ, ਔਰ ਉਹਨਾਂ ਨੂੰ ਪਤਾ ਸੀ ਕਿ ਜੇ ਮੈਂ ਸਮੇਂ ਦੀ ਅਪੀਲ ਨਾ ਕੀਤੀ ਤਾਂ ਹੋ ਸਕਦਾ ਹੈ ਕਿ ਲੋਕਾਂ ਦੇ ਵਿੱਚ ਹਤਾਸ਼ਾ ਆ ਜੇ, ਉਹ ਥੋੜੇ ਨਿਰਾਸ਼ ਹੋ ਜਾਣ, ਕਿਤੇ ਨਾ ਕਿਤੇ ਡਿਸਅਪਾਇੰਟਮੈਂਟ ਹੋ ਜਾਣ। ਤੇ ਜਿਹੜਾ ਸਰਕਾਰ ਲਈ ਨਵੀਂ ਸਰਕਾਰ ਆਈ ਹੈ, ਪਹਿਲੀ ਵਾਰੀ ਸਰਕਾਰ ਆਈ ਹੈ, ਘੱਟ ਤਜਰਬੇ ਵਾਲੀ ਸਰਕਾਰ ਆਈ ਹੈ, ਘੱਟ ਕੀ ਹੈ ਬਲਕਿ ਨਾ ਦੇ ਬਰਾਬਰ ਤਜਰਬੇ ਵਾਲੀ ਸਰਕਾਰ ਆਈ ਹੈ, ਇਸ ਤੇ ਕਿਤੇ ਇਹ ਨੈਗੇਟਿਵਿਟੀ ਨਾ ਸ਼ੁਰੂ ਹੋ ਜਾਏ, ਕਿਤੇ ਕੂੜ ਪ੍ਰਚਾਰ ਨਾ ਸ਼ੁਰੂ ਹੋ ਜਾਏ। ਇਸ ਕਰਕੇ ਉਹਨਾਂ ਨੇ ਸਮਾਂ ਮੰਗਿਆ। ਜੀ ਤੁਸੀਂ ਕੁਝ ਕਹਿ ਰਹੇ ਸੀ। ਛੋਟਾ ਜਿਹਾ ਸਵਾਲ ਹੈ। ਭਗਵੰਤ ਮਾਨ ਮੁੱਖ ਮੰਤਰੀ ਬਣਦੇ ਨੇ, ਐਲਾਨ ਹੁੰਦਾ 35,000 ਮੁਲਾਜ਼ਮ ਪੱਕੇ ਕੀਤੇ ਜਾਣਗੇ, 1 ਮਹੀਨੇ ਦੇ ਵਿੱਚ 25,000 ਪੋਸਟਾਂ ਕੱਢੀਆਂ ਜਾਣਗੀਆਂ। ਸਵਾਲ ਇਹ ਹੈ ਵੀ ਕੀ ਸਰਕਾਰ ਸਾਡੀ ਹੈ ਜਿਹੜੀ ਉਹ ਤਜਰਬਾ ਕੇਂਦਰ ਹੈ, ਤਜਰਬਾ ਖੇਤਰ ਹੈ, ਉਹ ਲੈਬੋਰਟਰੀ ਹੈ, ਪ੍ਰਯੋਗਸ਼ਾਲਾ ਹੈ? ਪੋਲੀਟੀਕਲ ਪਾਰਟੀਆਂ ਫਿਰ ਕੀ ਨੇ? ਜਦੋਂ ਵਾਅਦੇ ਕਰਦੇ ਨੇ, ਗਰੰਟੀਆਂ ਦਿੰਦੇ ਨੇ, ਕਿ ਉਦੋਂ ਇਹਨਾਂ ਕੋਲੇ ਟਾਈਮ ਫਰੇਮ ਨਹੀਂ ਬਣਦਾ। ਇਹ ਗੱਲ ਉਸੇ ਤਰ੍ਹਾਂ ਅੱਜ ਮੈਨੂੰ ਭਗਵੰਤ ਮਾਨ ਉਹਨਾਂ ਦੀ ਲੱਗੀ ਜਿਵੇਂ ਕੈਪਟਨ ਅਮਰਿੰਦਰ ਤੇ ਮਨਪ੍ਰੀਤ ਬਾਦਲ ਕਹਿੰਦੇ ਸੀ ਕਿਸ਼ਤਾਂ ਨਾ ਮੋੜਿਓ, ਅਸੀਂ ਆਵਾਂਗੇ, ਕਰਜ਼ੇ ਕਿਸਾਨੀ ਦੇ ਮਾਫ ਹੋ ਜਾਣਗੇ, ਹੁਣ ਸੁਸਾਈਡ ਨਹੀਂ ਹੋਣਗੇ। ਹੁਣ ਵੀ ਰੋਜ਼ ਮੈਂ ਅਖਬਾਰਾਂ 'ਚ ਪੜ੍ਹਦਾ ਸੁਸਾਈਡ ਹੋ ਰਹੇ ਨੇ। ਹੁਣ ਜਦੋਂ ਅਸੀਂ 2-3 ਮਹੀਨਿਆਂ ਦੇ ਵਿੱਚ ਕੈਪਟਨ ਅਮਰਿੰਦਰ ਤੋਂ ਪੁੱਛਣਾ ਸ਼ੁਰੂ ਕੀਤਾ 2017 'ਚ ਵੀ ਕੈਪਟਨ ਅਮਰਿੰਦਰ ਜੀ ਕਰਜ਼ੇ ਕਦੋਂ ਮਾਫ ਹੋਣਗੇ, ਉਹ ਕਹਿੰਦੇ ਜੀ 5 ਸਾਲ ਦਾ ਸਮਾਂ, 5 ਸਾਲਾਂ 'ਚ ਸਾਰੇ ਵਾਅਦੇ ਪੂਰੇ ਹੋਣਗੇ। ਕਿ ਜਦੋਂ ਸੱਤਾ 'ਚ ਆ ਜਾਂਦੀਆਂ ਨੇ ਪੋਲੀਟੀਕਲ ਪਾਰਟੀਆਂ, ਉਦੋਂ ਸੋਚਦੀਆਂ ਨੇ ਵੀ ਅਸੀਂ ਜਦੋਂ ਸੱਤਾ 'ਚ ਨਹੀਂ ਸੀ ਤੇ ਅਸੀਂ ਜਿਹੜੇ ਵਾਅਦੇ ਕੀਤੇ ਉਹਨਾਂ ਦੀ ਕੋਈ ਤਿਆਰੀ ਨਹੀਂ ਕੀਤੀ, ਤੇ ਹੁਣ ਅਸੀਂ ਕਿਉਂਕਿ ਲੋਕਾਂ ਨੂੰ ਤਾਂ ਅਸੀਂ ਵਾਅਦਾ ਕਰਕੇ ਆ ਗਏ, ਲੋਕਾਂ ਨੇ ਤਾਂ ਆਸ ਰੱਖਣੀ ਆ, ਬੀਬੀਆਂ ਉਡੀਕ ਰਹੀਆਂ ਨੇ ਕਿ 1000 ਰੁਪਇਆ ਖਾਤਿਆਂ 'ਚ ਕਦੋਂ ਆਊਗਾ, 300 ਯੂਨਿਟ ਬਿਜਲੀ ਦੇ ਕਦੋਂ ਮਾਫ ਹੋਣਗੇ, 2500 ਰੁਪਇਆ ਬੇਰੁਜ਼ਗਾਰੀ ਭੱਤਾ ਕਦੋਂ ਆਊਗਾ, 26 ਲੱਖ ਨੌਕਰੀਆਂ ਦੀ ਗੱਲ ਸੀ, ਕੱਚੇ ਮੁਲਾਜ਼ਮ ਪੱਕੇ ਹੋਣੇ ਸੀ। ਜਿਹੜਾ ਮੁਲਾਜ਼ਮ ਧਰਨਾ ਲਾਉਂਦਾ ਸੀ ਸਰਕਾਰ ਦੇ ਖਿਲਾਫ, ਕੈਪਟਨ ਅਮਰਿੰਦਰ ਜਾਂ ਚਰਨਜੀਤ ਚੰਨੀ ਦੇ, ਆਮ ਆਦਮੀ ਪਾਰਟੀ ਦੇ ਲੀਡਰ ਕਹਿੰਦੇ ਸੀ ਸਾਡੀ ਸਰਕਾਰ ਬਣਾ ਦਿਓ, ਤੁਹਾਡੇ ਮਸਲੇ ਅਸੀਂ ਹੱਲ ਕਰਾਂਗੇ। ਉਦੋਂ ਮੈਮੋਰੰਡਮ ਦਿੱਤੇ ਜਾਂਦੇ ਸੀ ਕਿ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਇਨਕੁਆਇਰੀ ਸ਼ੁਰੂ ਕਰੋ। ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਮੈਮੋਰੰਡਮ ਦਿੱਤੇ ਗਏ ਕਿ ਇਹ ਮੰਤਰੀ ਨੇ, ਇਹਨਾਂ ਦੀ ਜਾਂਚ ਕਰੋ। ਮੈਮੋਰੰਡਮ ਦਿੱਤੇ ਗਏ ਕਿ ਬਿਜਲੀ ਦੇ ਸਮਝੌਤੇ ਗੈਰ ਕਾਨੂੰਨੀ ਨੇ, ਗਲਤ ਨੇ, ਰੱਦ ਕੀਤੇ ਜਾਣ। PPA ਬਰਗਾੜੀ ਬੇਅਦਬੀ 24 ਘੰਟਿਆਂ 'ਚ ਇਨਸਾਫ ਦੇ ਦਿਆਂਗੇ। ਕੀ ਜਿਹੜੀਆਂ ਪਹਿਲਾਂ ਗੱਲਾਂ ਕੀਤੀਆਂ ਗਈਆਂ
ਸਾਰੀਆਂ ਸਿਰਫ ਲੋਕਾਂ ਨੂੰ ਖੁਸ਼ ਕਰਨ ਲਈ ਵੀ ਬਸ ਸਾਨੂੰ ਬਣਾ ਦਿਓ, ਅਸੀਂ ਆਉਂਦੇ ਹੀ ਸਾਰਾ ਕੁਝ ਪੰਜਾਬ ਦਾ ਸੁਧਾਰ ਦਿਆਂਗੇ। ਕੈਪਟਨ ਅਮਰਿੰਦਰ ਨੇ ਵੀ ਇਹੀ ਕੁਝ ਕੀਤਾ। ਹੁਣ ਫਰਕ ਇਹ ਹੈ ਵੀ ਕੀ ਆਮ ਆਦਮੀ ਪਾਰਟੀ ਨੇ ਵੀ ਪਹਿਲਾਂ ਕੋਈ ਪਾਲਿਸੀ ਨਹੀਂ ਬਣਾਈ, ਨਾ ਰੇਤੇ ਦੀ ਨਾ ਸ਼ਰਾਬ ਦੀ। ਨਵਜੋਤ ਸਿੰਘ ਸਿੱਧੂ ਨੇ 1 ਸਾਲ ਲਾ ਕੇ ਰੇਤੇ ਦੀ ਪਾਲਿਸੀ ਬਣਾਈ ਸੀ, ਸਰਕਾਰ ਨੂੰ ਵੀ ਦਿੱਤੀ ਹੈ। ਆਮ ਆਦਮੀ ਪਾਰਟੀ ਉਹ ਪਾਲਿਸੀ ਲਾਗੂ ਕਰ ਲੇ ਤੇ ਰੇਤੇ ਤੋਂ ਰੈਵਨਿਊ ਆ ਸਕਦਾ। ਕਹਿਣ ਦਾ ਮਤਲਬ ਇਹ ਹੈ ਕਿ ਭਗਵੰਤ ਮਾਨ ਨੂੰ ਹੁਣ ਸਮਝ ਆ ਰਿਹਾ ਹੈ ਵੀ ਸਰਕਾਰ ਚਲਾਉਣੀ ਸੱਚਮੁੱਚ ਔਖੀ ਹੈ, ਜਾਂ ਇਹ ਕਹੀਏ ਕਿ ਦਿੱਲੀ ਵਾਲੇ ਦਿੱਲੀ ਦੇ ਹਿਸਾਬ ਨਾਲ ਗਾਈਡ ਕਰ ਰਹੇ ਨੇ ਤੇ ਪੰਜਾਬ ਤੇ ਦਿੱਲੀ 'ਚ ਰੰਧਾਵਾ ਜੀ ਫਰਕ ਹੀ ਬਹੁਤ ਜ਼ਿਆਦਾ ਹੈ। ਕਿਤੇ ਇਹ ਤਾਂ ਨਹੀਂ ਵੀ ਭਗਵੰਤ ਮਾਨ ਸਾਹਿਬ ਅੱਜ ਕੱਲ ਜਦੋਂ ਅਸੀਂ ਦੇਖਦੇ ਹਾਂ ਭਗਵੰਤ ਮਾਨ ਬਹੁਤ ਗੰਭੀਰ ਦਿਖਦੇ ਨੇ, ਆਮ ਤੌਰ ਤੇ ਉਹ ਇੰਨੇ ਗੰਭੀਰ ਨਹੀਂ ਸੀ ਦਿਖਦੇ। ਕੀ ਭਗਵੰਤ ਮਾਨ ਨੂੰ ਚਿੰਤਾ ਤਾਂ ਨਹੀਂ, ਦਿਮਾਗ ਤੇ ਬੋਝ ਤਾਂ ਨਹੀਂ ਪਿਆ, ਡਿਪਰੈਸ਼ਨ ਤਾਂ ਨਹੀਂ, ਕਿਤੇ ਦਿੱਲੀ ਵਾਲਿਆਂ ਦੇ ਸੁਪਨਿਆਂ 'ਚ ਭਗਵੰਤ ਮਾਨ ਬੋਝ ਤਾਂ ਨਹੀਂ ਮਹਿਸੂਸ ਕਰ ਰਹੇ? ਸਾਰੀਆਂ ਗੱਲਾਂ ਮੈਨੂੰ ਕਹਿਣੀਆਂ ਪੈਣੀਆਂ ਕਿਉਂਕਿ ਸਮਾਂ ਮੰਗ ਲਿਆ ਭਗਵੰਤ ਮਾਨ ਨੇ, ਔਰ ਸਮਾਂ ਦੇਣਾ ਚਾਹੀਦਾ ਸਾਨੂੰ। ਇਹ ਵੀ ਮੈਂ ਕਹਿਣਾ ਕਿ ਆਪਾਂ ਸਮਾਂ ਦਈਏ, ਪਰ ਭਗਵੰਤ ਮਾਨ ਉਹਨਾਂ ਨੇ ਇਹ ਵੀ ਨਹੀਂ ਕਿਹਾ ਕਿ ਸਮਾਂ ਕਿੰਨਾ ਚਾਹੀਦਾ। ਫਿਰ ਗੱਲ ਸਵਾਲ ਉੱਥੇ ਆ ਗਿਆ, ਉਹ ਕਹਿੰਦੇ ਥੋੜਾ ਸਮਾਂ ਦਿਓ। ਥੋੜਾ ਕਿੰਨਾ ਹੁੰਦਾ ਰੰਧਾਵਾ ਜੀ? ਥੋੜਾ ਕਿੰਨਾ ਹੋਵੇ? 1 ਮਹੀਨਾ, 2 ਮਹੀਨਾ, 3 ਮਹੀਨੇ, 1 ਸਾਲ, 2 ਸਾਲ, ਕਿੰਨਾ ਹੋਵੇ ਥੋੜਾ ਸਮਾਂ? ਜੀ ਦੇਖੋ ਡੱਲਾ ਜੀ, ਤੁਹਾਡੇ ਬਹੁਤ ਸਾਰੇ ਸਵਾਲ ਨੇ। ਉਹ ਕਈ ਵਾਰੀ ਸਵਾਲਾਂ ਨੂੰ ਸਮੇਟਣਾ ਜਾਂ ਉਹਨਾਂ ਤੇ ਇੱਕ ਇੱਕ ਕਰਕੇ ਸਟੀਕ ਜਿਹੜੇ ਜਵਾਬ ਆ ਉਹ ਵੀ ਕਾਫੀ ਵਿਸਤਾਰ ਦੇ ਨਾਲ ਹੋ ਜਾਂਦੇ ਨੇ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਰੰਗਲਾ ਪੰਜਾਬ ਦੀ ਗੱਲ ਕਰਦੇ ਆ, ਬਿਲਕੁਲ ਠੀਕ ਆ। ਉਹਨਾਂ ਦਾ ਸੁਪਨਾ ਬਹੁਤ ਵਧੀਆ, ਉਹਨਾਂ ਦੀ ਮਨਸ਼ਾ ਬਹੁਤ ਵਧੀਆ, ਇੰਟੈਂਸ਼ਨ ਬਹੁਤ ਵਧੀਆ। ਇਹੀ ਰੰਗਲਾ ਪੰਜਾਬ ਸਾਡਾ ਪਿਛਲੇ ਦਿਨਾਂ 'ਚ ਥੋੜਾ ਗੰਦਲਾ ਵੀ ਹੋ ਗਿਆ ਸੀ, ਚਾਹੇ ਉਹ ਡਰੱਗਸ ਕਰਕੇ ਹੋਇਆ ਹੋਵੇ, ਚਾਹੇ ਉਹ ਮਾਫੀਆ ਰਾਜ ਕਰਕੇ ਹੋਇਆ ਹੋਵੇ ਸੀ, ਤੇ ਉਹਨੂੰ ਸਾਫ਼ ਸੁਥਰਾ ਕਰਨਾ। ਹੁਣ ਤੁਹਾਡੀ ਇੱਕ ਐਗਜ਼ਾਮਪਲ ਦੇ ਵਿੱਚ ਮੈਂ ਇੱਕ ਹੋਰ ਉਦਾਹਰਨ ਤੁਹਾਨੂੰ ਦਿੰਨਾ ਇਹਨਾਂ ਗੱਲਾਂ ਦੇ ਵਿੱਚ। ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਹੁਣੀ ਕਹਿੰਦੇ ਸੀ ਕਿ 24 ਘੰਟਿਆਂ ਦੇ ਅੰਦਰ ਅਸੀਂ ਜਿਹੜਾ ਬੇਅਦਬੀ ਦੇ ਮਾਮਲੇ ਹੋਣਗੇ ਜਾਂ ਜਿਹੜੇ ਗੋਲੀਕਾਂਡ ਦੇ ਮਾਮਲੇ ਆ ਬਹਿਬਲ ਕਲਾਂ ਤੇ ਨਾਲ ਦੀ ਨਾਲ ਕੋਟਕਪੂਰਾ, ਉਹ ਅਸੀਂ 24 ਘੰਟਿਆਂ ਦੇ ਆ ਕੇ ਇੱਕ ਤਾਂ ਦੋਸ਼ੀ ਫੜ ਲਾਂਗੇ ਤੇ ਲੋਕਾਂ ਨੂੰ ਨਿਆਂ ਦਿਵਾ ਦਾਂਗੇ। ਬੜੀ ਲੋਕਾਂ ਨੂੰ ਖੁਸ਼ੀ ਹੋਈ, ਇਹ ਤਾਂ ਮਾਮਲਾ ਹੀ ਬੜਾ ਸੌਖਾ। ਅੱਜ ਦੀ ਤਰੀਕ ਦੇ ਵਿੱਚ ਤੁਹਾਨੂੰ ਪਤਾ ਹੋਣਾ ਕਿ ਉੱਥੇ ਫੇਰ ਧਰਨਾ ਲੱਗ ਗਿਆ। 3 ਦਿਨ ਪਹਿਲਾਂ ਮੰਗੇ ਗਏ ਸੀ, ਫਿਰ ਉੱਥੇ ਪੰਜਾਬ ਦੇ ਜਿਹੜੇ ਆ ਐਡੀਸ਼ਨਲ ਐਡਵੋਕੇਟ ਜਨਰਲ ਜਾਂਦੇ ਨੇ, ਸੰਤੋਖ ਸਿੰਘ ਆਪਣੀ ਇੱਕ ਟੀਮ ਲੈ ਕੇ, ਤੇ ਹੁਣ 3 ਮਹੀਨੇ ਦਾ ਸਮਾਂ ਮੰਗਿਆ। ਇਹ ਮੈਂ ਤੁਹਾਨੂੰ ਉਦਾਹਰਨ ਇਸ ਕਰਕੇ ਦੇ ਰਿਹਾ ਕਿ ਉਹ ਇੱਕ ਸਮਾਂ ਲੈ ਕੇ ਆਏ ਆ। ਤੁਹਾਡੀ ਗੱਲ ਬਿਲਕੁਲ ਠੀਕ ਹੈ, ਮੈਂ ਉਸ ਗੱਲ ਦੀ ਬਿਲਕੁਲ ਪ੍ਰੌੜਤਾ ਕਰਦਾ। ਉਸ ਗੱਲ ਨਾਲ ਮੇਰੀ ਸਹਿਮਤੀ ਹੈ ਕਿ ਦਰਅਸਲ ਸਰਕਾਰਾਂ ਲੈਬੋਰੇਟਰੀ ਨਹੀਂ ਹੋਣੀ ਚਾਹੀਦੀਆਂ। ਇਹ ਜਿਹੜੇ ਤੁਸੀਂ ਵੀ ਐਕਸਪੈਰੀਮੈਂਟ ਕਰਨੇ ਆ ਜਾਂ ਜੋ ਵੀ ਕਰਨਾ, ਤੁਸੀਂ ਸਮਾਂ ਜਿਹੜਾ ਬੰਨਣਾ ਜਾਂ ਕਿਸੇ ਦੀ ਸਮਾਂ ਸੀਮਾ ਤੈਅ ਕਰਨੀ ਆ, ਉਹ ਤੁਸੀਂ ਪਾਰਟੀਆਂ ਦੇ ਅੰਦਰ ਕਰੋ, ਉਹ ਮੰਥਨ ਕਰੋ। ਜੇ ਤੁਸੀਂ 1000 ਰੁਪਏ ਦੀ ਗੱਲ ਕਰਦੇ ਹੋ ਜਾਂ 300 ਯੂਨਿਟਸ ਦੀ ਗੱਲ ਕਰਦੇ ਹੋ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕੈਲਕੂਲੇਸ਼ਨ। ਆ ਕੇ ਲੋਕਾਂ ਨੂੰ ਦੱਸੋ ਕਿ ਇਹ ਅਸੀਂ ਇੰਨੀ ਦੇਰ 'ਚ ਦੇਵਾਂਗੇ, ਇਹ ਜਿਹੜਾ ਵਾਅਦਾ ਅਸੀਂ ਇੰਨੀ ਦੇਰ 'ਚ ਪੂਰਾ ਕਰਾਂਗੇ। ਅੱਜ ਭਗਵੰਤ ਮਾਨ ਉਹਨਾਂ ਨੂੰ ਬਿਲਕੁਲ ਕਲੀਅਰ ਹੋ ਗਿਆ, ਸਾਫ਼ ਹੋ ਗਿਆ ਕਿ ਇੰਨਾ ਸੌਖਾ ਨਹੀਂ ਆ। ਜਿਸ ਪੰਜਾਬ ਦੇ ਅੰਦਰ ਜਿਹੜੀ ਐਡਮਿਨਿਸਟ੍ਰੇਸ਼ਨ ਆ, ਹੁਣ ਤੁਸੀਂ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੀ ਗੱਲ ਕੀਤੀ ਆ, ਪੌਣੇ 5 ਸਾਲ ਉਹ ਲਗਾਤਾਰ ਮੁੱਖ ਮੰਤਰੀ ਰਹੇ ਨੇ। ਇਸ ਤੋਂ ਪਹਿਲਾਂ ਆਪਾਂ ਨੂੰ ਪਤਾ ਪੌਣੇ 5 ਸਾਲਾਂ ਬਾਅਦ ਜਾਂਦੇ ਨੇ, ਉਸ ਤੋਂ ਬਾਅਦ 111 ਦਿਨਾਂ ਲਈ ਚਰਨਜੀਤ ਸਿੰਘ ਚੰਨੀ ਆਉਂਦੇ ਆ। ਲੇਕਿਨ ਪੌਣੇ 5 ਸਾਲਾਂ ਦੇ ਅੰਦਰ ਉਹ ਆਪਣਾ ਕੋਈ ਵੀ ਜਿਹੜਾ ਵਾਅਦਾ ਉਹ ਚੰਗੀ ਤਰ੍ਹਾਂ ਪੂਰਾ ਨਹੀਂ ਕਰ ਪਾਉਂਦੇ। ਇੱਥੋਂ ਤੱਕ ਕਿ ਜਿਹੜੀ ਉਹ ਸਹੁੰ ਖਾ ਕੇ ਆਏ ਸੀ ਗੁਟਕਾ ਸਾਹਿਬ ਤੇ, ਆਪਾਂ ਅਕਸਰ ਉਹਦੀ ਗੱਲ ਕਰਦੇ ਆ, ਉਹ ਤਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਨਸ਼ੇ ਤੇ 4 ਹਫ਼ਤਿਆਂ 'ਚ ਖਤਮ ਕਰ ਦੂੰਗਾ, 1 ਮਹੀਨੇ ਦੇ ਅੰਦਰ ਖਤਮ ਕਰ ਦੂੰਗਾ। ਸੋ ਇਹ ਜਿਹੜੀਆਂ ਗੱਲਾਂ ਪ੍ਰੈਕਟੀਕਲ ਗੱਲਾਂ ਕਰਨ। ਵੈਸੇ ਮੈਂ ਤੁਹਾਨੂੰ ਦੱਸਦਾ, ਸੁਪਰੀਮ ਕੋਰਟ ਦੇ ਵਿੱਚ ਕਈ ਪਟੀਸ਼ਨਸ ਫਾਈਲ ਹੋਈਆਂ ਨੇ, ਇਸੇ ਕਰਕੇ ਫਾਈਲ ਹੁੰਦੀਆਂ ਨੇ ਕਿ ਬਹੁਤ ਸਾਰੀਆਂ ਪਾਰਟੀਆਂ, ਖਾਸ ਤੌਰ ਤੇ ਉਹਨਾਂ ਦਾ ਨਿਸ਼ਾਨਾ ਪੰਜਾਬ ਸੀ, ਇਸੇ ਕਰਕੇ ਫਾਈਲ ਹੋਈਆਂ ਸੀ ਕਿ ਪਾਰਟੀਆਂ ਜਿਹੜੀਆਂ ਅਕਸਰ ਲੋਕਾਂ ਨੂੰ ਇੰਨੇ ਵਾਅਦੇ ਕਰ ਲੈਂਦੀਆਂ ਨੇ। ਇੱਕ ਤਾਂ ਜਿਹੜੀ ਉੱਥੋਂ ਦੀ ਜਿਹੜੀ ਆਰਥਿਕ ਸਥਿਤੀ ਆ, ਇਕਨੋਮੀ ਆ, ਉਹ ਖਰਾਬ ਹੁੰਦੀ ਹੈ, ਤੇ ਦੂਸਰਾ ਲੋਕਾਂ ਨੂੰ ਮਿਸਲੀਡ ਕੀਤਾ ਜਾਂਦਾ। ਤੇ ਉਹਦੇ ਵਿੱਚ ਫਿਰ ਬਾਅਦ ਦੇ ਵਿੱਚ ਸੁਪਰੀਮ ਕੋਰਟ ਨੇ ਬਾਕੀ ਪਾਰਟੀਆਂ ਨੂੰ ਵੀ ਜਿਹੜਾ ਉਹ ਕਹਿੰਦੇ ਵੀ ਤੁਸੀਂ ਵੀ ਵਿੱਚ ਆਓ, ਸ਼ਾਮਲ ਹੋ, ਤੇ ਇਹ ਚੀਜ਼ਾਂ ਬਾਕੀ ਸਟੇਟਸ ਤੇ ਵੀ ਲਾਗੂ ਹੁੰਦੀਆਂ। ਕਹਿਣ ਦਾ ਮਤਲਬ ਇਹੀ ਆ ਕਿ ਇਹ ਵਾਅਦੇ ਕਰ ਲਏ ਜਾਂਦੇ, ਤੇ ਜਦੋਂ ਆ ਕੇ ਯਥਾਰਥ ਪਤਾ ਲੱਗਦਾ, ਸੱਚਾਈ ਪਤਾ ਲੱਗਦੀ ਆ, ਜਦੋਂ ਇਹ ਧਰਾਤਲ ਤੇ ਉਤਰਦੇ ਆ, ਫਿਰ ਇਹਨਾਂ ਨੂੰ ਲੱਗਦਾ ਕਿ ਇਹ ਤਾਂ ਪੋਸੀਬਲ ਹੈ ਹੀ ਨਹੀਂ ਹੈ। ਹੁਣ ਤੁਸੀਂ ਦੇਖੋ, ਤੁਸੀਂ ਇੱਕ ਬੜਾ ਵਧੀਆ ਸਵਾਲ ਪੁੱਛਿਆ, ਕਿੰਨਾ ਸਮਾਂ? ਲਾਅ ਐਂਡ ਆਰਡਰ ਆ ਡੱਲਾ ਜੀ, ਲਾਅ ਐਂਡ ਆਰਡਰ ਜਿਹੜਾ ਆਮ ਤੌਰ ਤੇ ਸਾਡੇ ਅਸੀਂ ਕ੍ਰਾਈਮ ਦੇਖ ਰਹੇ ਆ, ਮਰਡਰ ਹੋ ਰਿਹਾ। ਅੱਜ ਤਾਂ ਡੀਜੀਪੀ ਵੀਕੇ ਭਾਵਨਾ ਨੇ ਖੁਦ ਮੰਨਿਆ ਕਿ ਉਹ 50 ਮਰਡਰ ਕਹਿੰਦੇ ਹੋਏ ਆ, ਪਰ 50 ਮਰਡਰ ਨੂੰ ਦੱਸ ਰਿਹਾ ਕਿ ਪਿਛਲੇ ਮਰਡਰਸ ਨਾਲੋਂ ਥੋੜੇ ਮਰਡਰ ਆ। ਮੈਂ ਇਸ ਤੇ ਵੀ ਗੱਲ ਕਰੂੰਗਾ। ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜੀ ਲਾਅ ਐਂਡ ਆਰਡਰ ਆ, ਉਹ ਕਿਸੇ ਵੀ ਸਟੇਟ ਦੀ ਜਿਹੜੀ ਸਥਿਤੀ ਆ ਉਹ ਨਿਰਧਾਰਿਤ ਕਰਦੀ ਆ, ਪਰਿਭਾਸ਼ਿਤ ਕਰਦੀ ਆ ਕਿ ਇਹ ਸਟੇਟ ਕਿੰਨਾ ਕੁ ਠੀਕ ਆ, ਇੱਥੇ ਇਨਵੈਸਟਮੈਂਟ ਕੀਤੀ ਜਾ ਸਕਦੀ ਆ, ਲੋਕ ਠੀਕ ਆ।
ਲੇਕਿਨ ਪਿਛਲੇ ਦਿਨਾਂ ਦੇ ਵਿੱਚ ਜੋ ਟੈਲੀਵਿਜ਼ਨ ਤਸਵੀਰਾਂ ਆ ਰਹੀਆਂ ਨੇ, ਜਿਸ ਤਰ੍ਹਾਂ ਦੇ ਵੀਡੀਓਜ਼ ਆ ਰਹੇ ਨੇ, ਜਿਸ ਤਰ੍ਹਾਂ ਦੀ ਮਾਰਕੁੱਟ ਚੱਲ ਰਹੀ ਆ, ਕਿੰਨੀਆਂ ਟਰੱਕ ਯੂਨੀਅਨਸ ਆ, ਮੂਨਕ ਦੀ ਟਰੱਕ ਯੂਨੀਅਨ ਹੋਈ, ਜੈਤੋ ਦੀ ਹੋਈ, ਫਿਰ ਅਬੋਹਰ ਦੀ ਹੋਈ, ਲਗਾਤਾਰ ਲੜਾਈਆਂ ਹੋ ਰਹੀਆਂ। ਕੀ ਕਿਸੇ ਨੂੰ ਕੋਈ ਗ੍ਰਿਫਤਾਰੀ ਹੋਈ ਹੈ? ਇਹ ਸਾਰੀਆਂ ਗੱਲਾਂ ਤਾਂ, ਤੇ ਜਦੋਂ ਮੈਂ ਅੱਜ ਵੀਕੇ ਭਾਵਰਾ ਉਹਨਾਂ ਨੂੰ ਸੁਣ ਰਿਹਾ ਸੀ, ਉਹਨਾਂ ਨੇ ਠੀਕ ਹੈ ਕੰਪੈਰੀਜ਼ਨ ਤਾਂ ਡਾਟਾ ਤਾਂ ਦੇਤੇ ਉਹਨਾਂ ਨੇ ਕਿ ਦੇਖੋ ਜੀ ਪਹਿਲਾਂ 60 ਹੁੰਦੇ ਸੀ, ਹੁਣ 50 ਹੋ ਗਏ। ਪਰ ਕੀ ਜਿਹੜੇ ਪੰਜਾਬ ਆ, ਕੀ ਉਹ ਇਸ ਗੱਲ ਦੀ ਵੇਟ ਕਰ ਰਹੇ ਨੇ ਕਿ ਜਿਹੜੇ ਜੀ ਪੰਜਾਬ ਆ ਜੇ ਥੋੜੇ ਜਿਹੇ ਹੋਰ ਵੀ ਹੋ ਜਾਣਗੇ ਤਾਂ ਵੀ ਸਾਡਾ ਡਾਟਾ ਘੱਟ ਆ? ਉਹਨਾਂ ਨੂੰ ਤਾਂ ਬਲਕਿ ਇਹ ਕਹਿਣਾ ਚਾਹੀਦਾ ਸੀ ਕਿ ਸਾਡੇ ਤਾਂ ਅਸੀਂ ਇੱਕ ਮਰਡਰ ਵੀ ਅਸੀਂ ਟੋਲਰੇਟ ਨਹੀਂ ਕਰਾਂਗਾ। ਹਰ ਕਿਸੇ ਵਿਅਕਤੀ ਦੀ, ਚਾਹੇ ਕੋਈ ਵਿਅਕਤੀ ਹੋਵੇ, ਉਸ ਦੀ ਜਾਨ ਮਾਲ ਦੀ ਉਨੀ ਕੀਮਤ ਆ ਜਿੰਨੀ ਕਿਸੇ ਹੋਰ ਸਿਟੀਜ਼ਨ ਦੀ ਆ, ਜਿੰਨੀ ਕਿਸੇ ਹੋਰ ਨਾਗਰਿਕ ਦੀ ਆ। ਮੈਨੂੰ ਥੋੜਾ ਜਿਹਾ ਲੱਗਾ ਕਿ ਇਸ ਤਰ੍ਹਾਂ ਉਹਨਾਂ ਤੇ ਥੋੜਾ ਜਿਹਾ ਪ੍ਰੈਸ਼ਰ ਇਸ ਕਰਕੇ ਲੱਗਾ ਕਿ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਇਸ ਤਰ੍ਹਾਂ ਦੀ ਗੱਲ ਜਾ ਕੇ ਕਹੋ, ਕਿਉਂਕਿ ਲਾਅ ਐਂਡ ਆਰਡਰ ਤੇ ਅਕਸਰ ਜਿਹੜੀ ਸਰਕਾਰ ਸੀ ਪਿਛਲੇ ਕਾਫੀ ਦਿਨਾਂ ਤੋਂ ਘਿਰ ਰਹੀ ਸੀ। ਹਰ ਕੋਈ ਟਿੱਪਣੀ ਕਰ ਰਿਹਾ ਸੀ, ਚਾਹੇ ਉਹ ਕਾਂਗਰਸ ਦੇ ਲੀਡਰ ਸੀ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸੀ, ਹਰ ਕੋਈ ਇਹ ਸਵਾਲ ਪੁੱਛ ਰਿਹਾ ਸੀ ਔਰ ਸਰਕਾਰ ਨੂੰ ਕੋਈ ਬਣਦਾ ਜਵਾਬ ਨਹੀਂ ਸੀ ਆ ਰਿਹਾ। ਔਰ ਆਪਾਂ ਨੂੰ ਇਹ ਵੀ ਪਤਾ ਕਿ ਜਿਹੜਾ ਹੋਮ ਅਫੇਅਰਸ ਐਂਡ ਜਸਟਿਸ ਡਿਪਾਰਟਮੈਂਟ ਆ, ਜਿਹੜਾ ਕਿ ਉਹ ਸਿੱਧਾ ਭਗਵੰਤ ਮਾਨ ਹੋਣਾ ਕੋਲੇ ਆ, ਤੇ ਸਾਰਿਆਂ ਨੂੰ ਇਹ ਲੱਗ ਰਿਹਾ ਸੀ ਕਿ ਪੁਲਿਸ ਹੈ ਕਿੱਥੇ ਆ। ਇਹ ਤਬਾਦਲੇ ਤਾਂ ਕਰੀ ਜਾ ਰਹੇ ਆ, ਲੋਕਾਂ ਨੂੰ ਲਾਈ ਜਾ ਰਿਹਾ ਆਫੀਸ਼ੀਅਲਸ ਨੂੰ ਡਿਫਰੈਂਟ ਡਿਸਟ੍ਰਿਕਟਸ ਦੇ ਵਿੱਚ, ਪਰ ਦੂਸਰੇ ਪਾਸੇ ਇਹ ਕੋਈ ਜਿਹੜਾ ਹੈਗਾ ਕਿਸੇ ਤਰ੍ਹਾਂ ਦਾ ਕੋਈ ਕਾਬੂ ਨਹੀਂ ਹੈ ਲਾਅ ਐਂਡ ਆਰਡਰ ਤੇ। ਸੋ ਇਸੇ ਕਰਕੇ ਮੈਨੂੰ ਲੱਗ ਰਿਹਾ ਕਿ ਇਹਨਾਂ ਮਾਮਲਿਆਂ ਦੇ ਵਿੱਚ ਸਮੇਂ ਦੀ ਲੋੜ ਨਹੀਂ ਹੁੰਦੀ। ਸਮੇਂ ਦੀ ਲੋੜ ਹੋ ਸਕਦੀ ਹੈ ਜੇ ਅਸੀਂ ਪਾਣੀਆਂ ਦੇ ਮੁੱਦੇ ਹੱਲ ਕਰਨੇ ਆ। ਸਮੇਂ ਦੀ ਲੋੜ ਹੋ ਸਕਦੀ ਹੈ ਤੁਹਾਨੂੰ ਜਦੋਂ ਤੁਸੀਂ ਚੰਡੀਗੜ੍ਹ ਲੈਣਾ। ਸਮੇਂ ਦੀ ਲੋੜ ਹੋ ਸਕਦੀ ਹੈ ਜਿਹੜੇ ਲੌਂਗ ਟਰਮ ਤੁਹਾਡੀ ਪਲੈਨਿੰਗ ਆ ਉਸ ਲਈ ਸਮੇਂ ਦੀ ਹੋ ਸਕਦੀ ਹੈ। ਹੁਣ ਜਿਵੇਂ ਬਜਟ ਆ, ਬਜਟ ਦਾ ਸੈਸ਼ਨ ਇਹਨਾਂ ਨੇ 3 ਮਹੀਨੇ ਅੱਗੇ ਕਰਤਾ। ਇਸੇ ਤਰ੍ਹਾਂ ਲਿਕਰ ਦੀ ਪਾਲਿਸੀ ਆ, ਇਹਨਾਂ ਨੇ 3 ਮਹੀਨੇ ਅੱਗੇ ਕਰਤੀ। ਤੇ ਠੀਕ ਆ, ਲੋਕੀ ਸਮਝਦੇ ਆ ਕਿ ਬਜਟ ਵੀ ਬਾਅਦ ਚ ਆ ਸਕਦਾ ਕਿਉਂਕਿ ਵੋਟ ਔਨ ਅਕਾਊਂਟ ਲੈ ਲਿਆ ਗਿਆ ਤੇ ਸਰਕਾਰ ਦਾ ਜਿਹੜਾ ਖਰਚਾ ਉਹ ਚੱਲ ਸਕਦਾ, ਪਰ ਲਾਅ ਐਂਡ ਆਰਡਰ ਦਾ ਨਹੀਂ ਚੀਜ਼ ਚੱਲਣੀ। ਲਾਅ ਐਂਡ ਆਰਡਰ ਤੇ ਤੁਹਾਡੀ ਇਮੀਡੀਏਟ ਅਟੈਂਸ਼ਨ ਚਾਹੀਦੀ ਹੈ, ਉੱਥੇ ਤੁਸੀਂ ਸਮਾਂ ਨਹੀਂ ਮੰਗ ਸਕਦੇ। ਸੋ ਇਹੀ ਮੇਰਾ ਕਹਿਣਾ, ਕੁਝ ਮੁੱਦੇ ਹੁੰਦੇ ਆ ਜਿਨ੍ਹਾਂ ਨੂੰ ਇਮੀਡੀਏਟਲੀ ਐਡਰੈਸ ਕਰਨਾ ਪੈਂਦਾ, ਕੁਝ ਮੁੱਦੇ ਆ ਜਿਹੜੇ ਉਹ ਲੌਂਗ ਟਰਮ ਲਈ ਹੁੰਦੇ ਆ। ਜੀ ਡੱਲਾ ਜੀ। ਕੈਪਟਨ ਅਮਰਿੰਦਰ ਨੇ ਜਦੋਂ ਕਰਜ਼ਾ ਮਾਫ ਨਹੀਂ ਹੋਇਆ ਤੇ ਰੂਰਲ ਡਿਵੈਲਪਮੈਂਟ ਫੰਡ ਚੋਂ ਕਰਜ਼ਾ ਮਾਫ ਕਰਤਾ ਜੀ। ਜਿਹੜਾ ਰੂਰਲ ਡਿਵੈਲਪਮੈਂਟ ਫੰਡ ਹੈ ਉਹ ਪਹਿਲਾਂ ਹੀ ਸਾਡੇ ਪੇਂਡੂ ਖੇਤਰ ਦੇ ਵਿਕਾਸ ਤੇ ਲੱਗਣਾ ਸੀ ਤੇ ਕੇਂਦਰ ਨੇ ਆਰਡੀਐਫ ਬੰਦ ਕਰਤਾ ਪੰਜਾਬ ਦਾ ਰੂਰਲ ਡਿਵੈਲਪਮੈਂਟ ਫੰਡ। ਤੇ ਸਾਡੇ ਲੀਡਰ ਬੀਜੇਪੀ ਨੂੰ ਨਿੰਦੀ ਜਾਂਦੇ ਨੇ ਕਿ ਬੀਜੇਪੀ ਪੰਜਾਬ ਨਾਲ ਧੱਕਾ ਕਰ ਰਹੀ ਹੈ। ਬੀਜੇਪੀ ਵਾਲੇ ਕਹਿੰਦੇ ਅਸੀਂ ਫੰਡ ਪਿੰਡਾਂ ਦੇ ਵਿਕਾਸ ਲਈ ਭੇਜਿਆ ਸੀ, ਕੈਪਟਨ ਅਮਰਿੰਦਰ ਨੇ ਕਿਤੇ ਹੋਰ ਵਰਤ ਲਿਆ। ਸੋ ਕਿਤੇ ਕਿਤੇ ਬੀਜੇਪੀ ਵੀ ਸੱਚੀ ਲੱਗਦੀ ਹੈ ਮੈਨੂੰ। ਆਪਾਂ ਪੰਜਾਬੀਆਂ ਦਾ ਸੁਭਾਅ ਹੈ, ਕਈ ਵਾਰੀ ਆਪਾਂ ਸੁਣੀ ਸੁਣਾਈ ਗੱਲ ਤੇ ਸਾਰੀਆਂ ਗੱਲਾਂ ਪੰਜਾਬ ਨਾਲ ਧੱਕੇ ਦੀਆਂ ਹੀ ਜੋੜ ਦਿੰਦੇ ਆ ਵੀ ਜਿਵੇਂ ਪੰਜਾਬ ਨਾਲ ਧੱਕਾ ਹੀ ਹੋਈ ਤੁਰੀ ਜਾਂਦਾ। ਠੀਕ ਹੈ, ਵਿਤਕਰਾ ਹੈ ਕਈ ਗੱਲਾਂ ਤੇ, ਪਰ ਹਰ ਗੱਲ ਤੇ ਪੰਜਾਬ ਨਾਲ ਧੱਕਾ ਨਹੀਂ, ਕਿਉਂਕਿ ਜੇ ਅਸੀਂ ਗਹਿਰਾਈ ਦੇ ਨਾਲ ਇਹਨਾਂ ਚੀਜ਼ਾਂ ਨੂੰ ਸਮਝਾਂਗੇ। ਮੈਂ ਬੀਜੇਪੀ ਨੂੰ ਡਿਫੈਂਡ ਨਹੀਂ ਕਰ ਰਿਹਾ, ਮੈਂ ਉਸ ਮਾੜੀ ਪਰੰਪਰਾ ਨੂੰ ਰੋਕਣ ਦੀ ਗੁੰਜਾਇਸ਼ ਕਰ ਰਿਹਾ ਸਾਰਿਆਂ ਨੂੰ ਵੀ ਅਸੀਂ ਮਾੜੀਆਂ ਪਰੰਪਰਾਵਾਂ ਰੋਕੀਏ। ਹੁਣ 25,000 ਨੌਕਰੀਆਂ ਕੀ ਨਿਕਲ ਜਾਣਗੀਆਂ 1 ਮਹੀਨੇ ਚੋਂ? ਇਹ ਵਾਅਦਾ ਕੀਤਾ ਸੀ ਭਗਵੰਤ ਮਾਨ ਜੀ ਨੇ ਵੀਡੀਓ ਪਾ ਕੇ। ਦੇਖੋ ਹੁਣ ਤਾਂ ਇਹ ਸੁਣੀ ਸੁਣਾਈ ਗੱਲ ਵੀ ਨਹੀਂ। ਤੇ ਕੱਚੇ ਮੁਲਾਜ਼ਮ ਕੀ ਪੱਕੇ ਹੋ ਜਾਣਗੇ ਜਾਂ ਇਹ ਵੀ ਕੰਮ ਜਿਹੜਾ ਸਮਾਂ ਮੰਗਿਆ ਉਹਦੇ ਵਿੱਚ ਹੀ ਐਡਜਸਟ ਹੋ ਜਾਊਗਾ ਵੀ ਸਮਾਂ ਮੰਗ ਲਿਆ ਸੀ ਤੇ ਸਮਾਂ ਆਊਗਾ ਤੇ ਪੋਸਟਾਂ ਨਿਕਲਣਗੀਆਂ, ਸਮਾਂ ਆਊਗਾ ਤੇ ਮੁਲਾਜ਼ਮ ਪੱਕੇ ਕਰਾਂਗੇ। ਪਰ ਧਰਨੇ ਵੱਧ ਗਏ, ਧਰਨੇ ਵਧਣ ਲੱਗ ਗਏ, ਜਥੇਬੰਦੀਆਂ ਟਾਈਮ ਦੇਣ ਲੱਗ ਗਈਆਂ। ਕੰਮ ਫੇਰ ਜਿਹੜਾ ਪਿਛਲੇ ਫਰਵਰੀ ਵਾਲਾ ਸੀ, ਜਨਵਰੀ ਫਰਵਰੀ ਵਾਲਾ ਸੀ, ਸਮਾਂ ਉਸ ਪਾਸੇ ਨੂੰ ਮੈਨੂੰ ਲੱਗਦਾ ਜੂਨ ਜੁਲਾਈ 'ਚ ਫੇਰ ਬਣਦਾ ਦਿਖਦਾ। ਕੀ ਕਹਿਣਾ ਚਾਹੋਗੇ? ਡੱਲਾ ਜੀ, ਇਸ ਤੋਂ ਪਹਿਲਾਂ ਕਿ ਆਪਾਂ ਨੌਕਰੀਆਂ ਦੀ ਗੱਲ ਤੇ ਆਈਏ ਕਿ ਇਹਨਾਂ ਨੂੰ ਕਿੰਨਾ ਕੁ ਸਮਾਂ ਚਾਹੀਦਾ, ਮੈਂ ਉਸ ਤੋਂ ਪਹਿਲਾਂ ਤੁਸੀਂ ਇੱਕ ਬੜਾ ਇੰਪੋਰਟੈਂਟ, ਬੜਾ ਅਹਿਮ ਮੁੱਦਾ ਚੱਕਿਆ ਸੀ, ਉਹ ਸੀਗਾ ਰੂਰਲ ਡਿਵੈਲਪਮੈਂਟ ਫੰਡ ਦਾ। ਤੁਸੀਂ ਦੇਖੋ ਪੰਜਾਬ ਨੂੰ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਆ ਜਾਂ ਮਾਰਕਿੰਗ ਡਿਵੈਲਪਮੈਂਟ ਫੰਡ ਆ, ਖੈਰ ਰੂਰਲ ਡਿਵੈਲਪਮੈਂਟ ਦੀ ਗੱਲ ਆਪਾਂ ਖਾਸ ਤੌਰ ਤੇ ਕਰਾਂਗੇ, ਇਹ ਲਗਭਗ 1750 ਕਰੋੜ ਰੁਪਇਆ ਆਉਂਦਾ ਤੇ ਇਸ ਵਕਤ ਵੀ ਸਾਡਾ ਲਗਭਗ 1100 ਕਰੋੜ ਰੁਪਇਆ ਕੇਂਦਰ ਸਰਕਾਰ ਨੇ ਸਾਨੂੰ ਆਰਡੀਐਫ ਦੇਣਾ। ਅੱਛਾ, ਦਿੱਤਾ ਕਿਉਂ ਨਹੀਂ? ਹੁਣ ਇਹ ਤੁਸੀਂ ਇੱਕ ਬੜੀ ਅਹਿਮ ਗੱਲ ਕੀਤੀ ਹੈ ਕਿ ਕਿਹੜੇ ਕੰਮ ਪਹਿਲਾਂ ਕਰਨੇ ਆ, ਕਿਹੜੇ ਕੰਮ ਅਸੀਂ ਬਾਅਦ ਚ ਕਰਨੇ, ਇਹ ਸਰਕਾਰ ਨੇ ਤੈਅ ਕਰਨਾ। ਦਰਅਸਲ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਪੰਜਾਬ ਰੂਰਲ ਡਿਵੈਲਪਮੈਂਟ ਜਿਹੜਾ ਐਕਟ ਆ 1987 ਦਾ, ਉਹਦੇ ਵਿੱਚ ਇੱਕ ਸੋਧ ਕਰ ਲਈ ਸੀ, ਉਹ ਚ ਅਮੈਂਡਮੈਂਟ ਕਰ ਲਈ ਸੀ। ਉਸੇ ਅਮੈਂਡਮੈਂਟ ਕਰਕੇ ਉਹਨਾਂ ਨੇ 4700 ਕਰੋੜ ਰੁਪਇਆ ਕਿਸਾਨਾਂ ਨੂੰ ਦੇ ਦਿੱਤਾ ਸੀ, ਲੋਨ ਦੇ ਦਿੱਤਾ ਸੀ ਉਹ ਚੋਂ ਟ੍ਰਾਂਸਫਰ ਕਰਕੇ। ਇਹ ਗੱਲ ਕੇਂਦਰ ਨੂੰ ਪਸੰਦ ਨਹੀਂ ਸੀ ਆਈ। ਅੱਛਾ, ਜਦੋਂ ਹੁਣ ਆਪਾਂ ਆਰਡੀਐਫ ਲੈਣਾ ਤੇ ਕੇਂਦਰ ਕਹਿੰਦਾ ਕਿ ਤੁਸੀਂ ਉਹ ਚ ਸੋਧ ਕਰ ਲਈ ਸੀ, ਹੁਣ ਤੁਸੀਂ ਉਹ ਚ ਅਮੈਂਡਮੈਂਟ ਕਰਕੇ ਉਹਨੂੰ ਵਾਪਸ ਉਸੇ ਪੋਜੀਸ਼ਨ ਚ ਲਿਆਓ ਤਾਂ ਹੀ ਅਸੀਂ ਤੁਹਾਨੂੰ ਦੇ ਸਕਦੇ ਹਾਂ। ਬਿਲਕੁਲ। ਔਰ ਸਰਟੀਫਿਕੇਟ ਮੰਗ ਰਹੇ,
ਉਹ ਕਹਿੰਦੇ ਹਾਂ ਯੂਟਿਲਾਈਜੇਸ਼ਨ ਸਰਟੀਫਿਕੇਟ ਦਿਓ ਜਿਹੜਾ ਅਸੀਂ ਤੁਹਾਨੂੰ ਆਰਡੀਐਫ ਦਿੱਤਾ ਹੈ। ਜੀ। ਸੋ ਇਸ ਸਰਕਾਰ ਕੋਲੇ ਪਿਛਲੀ ਵਾਰੀ ਮੈਂ ਦੇਖ ਰਿਹਾ ਸੀ ਚਰਨਜੀਤ ਸਿੰਘ ਚੰਨੀ ਸ਼ਾਇਦ ਭੁੱਲ ਗਏ ਇਹਦੇ ਵਿੱਚ ਸੋਧ ਕਰਨੀ, ਲੇਕਿਨ ਹੁਣ ਦੀ ਸਰਕਾਰ ਦੀ ਪਹਿਲ ਤਾਂ ਇਹ ਹੋਣੀ ਚਾਹੀਦੀ ਸੀ ਕਿ ਆਓ ਪਹਿਲਾਂ ਆਰਡੀਐਫ ਦੇ ਵਿੱਚ ਅਸੀਂ ਉਹ ਅਮੈਂਡਮੈਂਟ ਕਰਕੇ ਉਹਨੂੰ ਵਾਪਸ ਉਸੇ ਪੋਜੀਸ਼ਨ 'ਚ ਲੈ ਕੇ ਆਈਏ, ਉਹਨਾਂ ਸਟੇਟਸ ਕੋ ਬਣਾਈਏ ਤਾਂ ਕਿ ਜਿਹੜੇ ਸਾਡੇ ਫੰਡਸ ਪਏ ਨੇ ਕੇਂਦਰ ਕੋਲੇ ਉਹ ਅਸੀਂ ਰਿਲੀਜ਼ ਕਰਵਾਈਏ। ਸੋ ਇਸ ਤਰ੍ਹਾਂ ਦੀਆਂ ਪ੍ਰਾਇਰਟੀਜ਼ ਆਉਂਦੀਆਂ ਨੇ। ਜਿਸ ਤੱਕ ਤੁਸੀਂ ਨੌਕਰੀਆਂ ਦੀ ਗੱਲ ਕੀਤੀ ਹੈ ਡੱਲਾ ਜੀ, ਆਪਾਂ ਉਸ ਤੇ ਵੀ ਚੱਲਦੇ ਹਾਂ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਹੁਣ ਤੁਸੀਂ 35,000 ਮੁਲਾਜ਼ਮਾਂ ਦੀ ਗੱਲ ਕਰਤੀ ਕਿ ਅਸੀਂ ਤੁਹਾਨੂੰ ਪੱਕੇ ਕਰਨੇ ਆ, ਉਦੋਂ ਤਾਂ ਨੋਟੀਫਿਕੇਸ਼ਨ ਆ ਗਿਆ, ਉਹ ਤਾਂ 1 ਸਾਲ ਅੱਗੇ ਪਾਤਾ। ਜਿਹੜਾ ਕਹਿੰਦੇ ਸੀ ਕਿ ਅਸੀਂ ਆਉਂਦੇ ਪੱਕੇ ਕਰ ਦਾਂਗੇ, ਜਦੋਂ ਪਤਾ ਲੱਗਾ ਹੋਣਾ ਕਿ ਇਹਦੇ ਵਿੱਚ ਤਾਂ ਬਹੁਤ ਸਾਰੇ ਕਾਨੂੰਨੀ ਦਾਅ ਪੇਚ ਨੇ, ਕਈ ਤਰ੍ਹਾਂ ਦੀ ਕਾਨੂੰਨੀ ਅੜਚਨਾਂ ਨੇ, ਉਹਦੀ ਨੋਟੀਫਿਕੇਸ਼ਨ ਕਰਕੇ ਕਹਿਤਾ ਕਿ ਅਗਲੇ ਅਪ੍ਰੈਲ ਤੱਕ ਕਰਾਂਗੇ। ਉਦੋਂ ਤੱਕ ਤੁਸੀਂ ਚਲੋ ਉਹ ਮੈਨੂੰ ਲੱਗਦਾ ਉਹ ਸਮਾਰਟ ਖੇਡ ਗਈ ਸਰਕਾਰ ਨੇ ਇਹ ਕਹਿਤਾ ਵੀ ਅਸੀਂ ਕੱਚੇ ਮੁਲਾਜ਼ਮਾਂ ਨੂੰ 1 ਸਾਲ ਲਈ ਉਹਨਾਂ ਦਾ ਜਿਹੜਾ ਕੰਟਰੈਕਟ ਹੈ ਉਹਨੂੰ ਇੱਕ ਤਰੀਕੇ ਨਾਲ ਵਧਾਉਣੇ ਆ। ਪਰ ਮੈਨੂੰ ਲੱਗਦਾ ਭਗਵੰਤ ਮਾਨ ਨੇ ਕਿਹਾ ਸੀ ਵੀ ਵਿਧਾਨ ਸਭਾ ਸੈਸ਼ਨ 'ਚ ਅਸੀਂ, ਮੈਂ ਚੀਫ ਸੈਕਟਰੀ ਨੂੰ ਕਿਹਾ ਇਹਦੇ ਤੇ ਕਾਨੂੰਨ ਬਣਾਓ, ਤੇ ਵਿਧਾਨ ਸਭਾ ਸੈਸ਼ਨ 'ਚ ਅਸੀਂ ਕਾਨੂੰਨ ਬਣਾਵਾਂਗੇ। ਸੋ ਉਹਦੀ ਹਜੇ ਗੁੰਜਾਇਸ਼ ਹੈ ਕਿ ਕਾਨੂੰਨ ਅਗਲੇ ਵਿਧਾਨ ਸਭਾ ਸੈਸ਼ਨ 'ਚ ਬਣਾ ਦੇਣ। ਪਰ ਜੋ ਹਾਲਾਤ ਨੇ, ਜੋ ਸਮਾਂ ਮੰਗਿਆ, ਸਵਾਲ ਹੀ ਖੜਾ ਹੋ ਰਿਹਾ ਕਿਉਂਕਿ ਇਹਦੇ ਤੇ ਸਪਸ਼ਟੀਕਰਨ ਨਹੀਂ ਕੋਈ ਸਰਕਾਰ ਦਾ ਆਇਆ। ਜਾਂ ਤਾਂ ਸਰਕਾਰ ਕਵੇ ਕਿ ਅਸੀਂ ਸਮਾਂ ਮੰਗਿਆ ਵੀ 3 ਮਹੀਨੇ 4 ਮਹੀਨੇ ਜਾਂ 6 ਮਹੀਨੇ ਜਾਂ 1 ਸਾਲ 'ਚ ਅਸੀਂ ਇਹ ਕੰਮ ਕਰਾਂਗੇ। ਮੇਰੇ ਕਹਿਣ ਦਾ ਭਾਵ ਉਹ ਸੀ ਜੀ। ਹੁਣ ਜਿਹੜੀ ਤੁਹਾਡੀ 25,000 ਨੌਕਰੀਆਂ ਦੀ ਗੱਲ ਕੀਤੀ ਹੈ, ਜਿਹਦੇ ਵਿੱਚੋਂ ਇਹਨਾਂ ਨੇ 10,000 ਨੌਕਰੀਆਂ ਪੁਲਿਸ 'ਚ ਦੇਣੀਆਂ ਤੇ 15,000 ਵੱਖਰੇ ਵੱਖਰੇ ਮਹਿਕਮਿਆਂ ਦੇ ਵਿੱਚ ਨੌਕਰੀਆਂ ਕੱਢਣ ਦੀ ਇਹ ਗੱਲ ਕਰ ਰਹੇ ਆ। ਔਰ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਅਸੀਂ 1 ਮਹੀਨੇ ਦੇ ਅੰਦਰ ਇਹਦੀ ਪ੍ਰਕਿਰਿਆ ਜਿਹੜੀ ਹੈ, ਪ੍ਰੋਸੈਸ ਆ, ਉਹ ਕਰ ਲਾਂਗੇ। ਇਹ ਸਾਰਾ ਕੁਝ ਕਿਹਾ ਸੀ। ਨਾਲ ਦੀ ਨਾਲ ਤੁਸੀਂ ਦੇਖੋ ਕਿ ਕੁਝ ਜਿਹੜੇ ਨੌਜਵਾਨ ਨੇ, ਬਹੁਤ ਸਾਰੇ ਇਸ ਤਰ੍ਹਾਂ ਦੇ ਐਪਲੀਕੈਂਟਸ ਨੇ ਜਿਨ੍ਹਾਂ ਦੀਆਂ ਪਹਿਲੀਆਂ ਨੌਕਰੀਆਂ, ਜਿਨ੍ਹਾਂ ਦੀਆਂ ਸਿਲੈਕਸ਼ਨ ਪ੍ਰੋਸੈਸ ਹੋਇਆ, ਜਿਨ੍ਹਾਂ ਦਾ ਪੁਲਿਸ ਨੌਕਰੀਆਂ ਜਿਹੜਾ ਪ੍ਰੋਸੈਸ ਹੋ ਕੇ ਉਹ ਆਪਣੀਆਂ ਜਿਹੜੀਆਂ ਅਪਾਇੰਟਮੈਂਟ ਲੈਟਰਸ ਦਾ ਵੇਟ ਕਰ ਰਹੇ, ਉਹ ਸੰਗਰੂਰ ਦੀਆਂ ਜਾ ਕੇ ਟੈਂਕੀਆਂ ਤੇ ਚੜ ਜਾਂਦੇ ਆ। ਕੀ ਇਹ ਉਹੀ ਪ੍ਰੋਸੈਸ ਆ? ਕੀ ਇਹ ਉਹੀ ਨੌਕਰੀਆਂ ਨੇ? ਪਹਿਲਾਂ ਘੱਟੋ ਘੱਟ ਉਹਨਾਂ ਦਾ ਜਿਹੜਾ ਪ੍ਰੋਸੈਸ ਪੂਰਾ ਕਰ ਲਓ। ਸੋ ਮੈਨੂੰ ਇਹ ਲੱਗਦਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਬਿਲਕੁਲ ਤੁਹਾਡੀ ਗੱਲ ਵਾਜਬ ਆ। ਇਹ ਜਿਹੜੀ ਬੜੀ ਕਨਫਿਊਜ਼ਨ ਆ। ਹੁਣ ਬਹੁਤ ਸਾਰੇ ਲੋਕੀ ਮੰਨਦੇ ਸੀ ਕਿ ਇਹ ਉਹੀ 35,000 ਨੌਕਰੀਆਂ ਜਿਹੜੀ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਜਿਹੜੀ ਅਸੀਂ ਵਿਧਾਨ ਸਭਾ ਦੇ ਵਿੱਚ ਜਿਹੜਾ ਪੱਕੀਆਂ ਕਰਤੀਆਂ ਸੀ, ਉਸ ਤੋਂ ਬਾਅਦ ਗਵਰਨਰ ਕੋਲੇ ਪਿਆ ਰਿਹਾ ਤੇ ਉਸ ਤੋਂ ਬਾਅਦ ਗਵਰਨਰ ਨੇ ਉਹ ਤੇ ਸਾਈਨ ਨਹੀਂ ਕੀਤੇ ਤੇ ਇੱਥੋਂ ਤੱਕ ਵੀ ਕਿਹਾ ਗਿਆ ਕਿ ਅਸੀਂ ਗਵਰਨਰ ਦੇ ਘਰ ਦੇ ਬਾਹਰ ਜਾ ਕੇ ਧਰਨਾ ਤੱਕ ਵੀ ਦੇਵਾਂਗੇ। ਇਹ ਵੀ ਆਪਾਂ ਨੂੰ ਪਤਾ। ਸੋ ਕਹਿਣ ਦਾ ਮਤਲਬ ਇਹੀ ਹੈ, ਸਾਰਾ ਕੁਝ ਜਿਹੜੀ ਤੁਸੀਂ ਵੀ ਗੱਲਾਂ ਕਹਿ ਰਹੇ ਹੋ ਜਾਂ ਮੈਂ ਜਿਹੜੀਆਂ ਕਹਿ ਰਿਹਾ ਇਹੀ ਆ ਕਿ ਸਰਕਾਰ ਨੂੰ ਇਹ ਚੀਜ਼ਾਂ ਸਪਸ਼ਟ ਕਰਨ ਦੀ ਬਹੁਤ ਲੋੜ ਆ। ਲੋਕਾਂ ਨੂੰ ਟਾਈਮ ਫਰੇਮ ਦਿਓ ਤਾਂ ਕਿ ਤੁਹਾਡੇ ਜਿਹੜੇ ਚਾਹੇ ਦਫ਼ਤਰ ਆ, ਚਾਹੇ ਤੁਹਾਡੇ ਘਰ ਆ, ਉੱਥੇ ਆ ਕੇ, ਕਿਉਂਕਿ ਧਰਨੇ ਪ੍ਰਦਰਸ਼ਨ ਤਾਂ ਸ਼ੁਰੂ ਹੋ ਗਏ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਆਮ ਤੌਰ ਤੇ ਅਮੂਮਨ ਆਪਾਂ ਦੇਖਿਆ ਡੱਲਾ ਜੀ, ਜਦੋਂ ਸਰਕਾਰਾਂ ਜਾਂਦੀਆਂ ਨੇ ਪਿਛਲੇ 3 ਮਹੀਨਿਆਂ 'ਚ ਜਾਂ ਪਿਛਲੇ 6 ਮਹੀਨਿਆਂ 'ਚ ਸਾਰਾ ਕੁਝ ਸ਼ੁਰੂ ਹੁੰਦਾ, ਪਰ ਇੱਥੇ ਪਹਿਲਾਂ ਹੀ ਸ਼ੁਰੂ ਹੋ ਗਿਆ। ਸੋ ਇਸ ਕਰਕੇ ਸਰਕਾਰ ਨੂੰ ਇਸੇ ਕਰਕੇ ਅੱਜ ਭਗਵੰਤ ਮਾਨ ਹੁਣਾਂ ਨੂੰ ਪੋਸਟ ਲਿਖਣੀ ਪਈ। ਉਹ ਕਹਿੰਦੇ ਸਮਾਂ ਦਿਓ, ਕਿਉਂਕਿ ਉਹਨਾਂ ਨੂੰ ਲੱਗਦਾ ਸਰਕਾਰ ਤੇ ਪ੍ਰੈਸ਼ਰ ਵੱਧ ਰਿਹਾ। ਹਜੇ ਵੀ ਬਹੁਤ ਸਾਰੇ ਕੰਮ ਉਹਨਾਂ ਨੇ, ਮੈਂ ਬਿਊਰੋਕਰੇਟਸ ਨਾਲ ਕੁਝ ਗੱਲ ਕਰ ਰਿਹਾ ਸੀ ਸੀਨੀਅਰ ਨਾਲ, ਉਹ ਕਹਿੰਦੇ ਸਾਡੀਆਂ ਹਜੇ ਜਿਸ ਤਰ੍ਹਾਂ ਦੀਆਂ ਮੈਰਾਥਨ ਮੀਟਿੰਗਸ ਹੋਣੀਆਂ ਚਾਹੀਦੀਆਂ, ਬੈਠਕਾਂ ਹੋਣੀਆਂ ਚਾਹੀਦੀਆਂ ਮੁੱਖ ਮੰਤਰੀ ਨਾਲ, ਉਹ ਹਜੇ ਹੋ ਹੀ ਨਹੀਂ ਰਹੀਆਂ। ਉਹਨਾਂ ਦੀਆਂ ਡਿਊਟੀਆਂ ਉਹਨਾਂ ਨੂੰ ਲਾਉਣਾ ਚਾਹੀਦੀਆਂ। ਸੀਐਮਓ ਦੇ ਵਿੱਚ ਕੁਝ ਅਫਸਰਾਂ ਨੂੰ ਬਿਠਾਉਣਾ ਚਾਹੀਦਾ, ਉਹ 'ਚ ਫਾਈਲਾਂ ਪੜ੍ਹਨੀਆਂ ਹੁੰਦੀਆਂ, ਉਹਦੀਆਂ ਜਿਹੜੀਆਂ ਨੋਟਿੰਗਸ ਆ ਉਹ ਬਣਾ ਕੇ ਸੀਐਮ ਨੂੰ ਦੇਣੀਆਂ ਹੁੰਦੀਆਂ, ਤਾਂ ਕਿ ਉਹਨਾਂ ਨੂੰ ਹਰੇਕ ਮੁੱਦੇ ਤੇ ਪਤਾ ਲੱਗੇ ਕਿਹੜੇ ਮੁੱਦੇ ਨੇ ਸਾਡੇ, ਕਿਹੜੇ ਮੁੱਦੇ ਸਾਡੇ ਪੈਂਡਿੰਗ ਨੇ, ਕੋਈ ਹਾਈ ਕੋਰਟ 'ਚ ਪੈਂਡਿੰਗ ਆ, ਕੋਈ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਆ, ਕਿਹੜੇ ਮੁੱਦੇ ਨੇ ਸਾਡੇ ਸੈਂਟਰ ਗਵਰਨਮੈਂਟ ਕੋਲੇ ਅਸੀਂ ਟੇਕ ਅਪ ਕਰਨੇ ਆ। ਹੁਣ 12 ਤਰੀਕ ਨੂੰ ਜਾ ਰਹੇ ਨੇ ਅਮਿਤ ਸ਼ਾਹ ਨੂੰ ਮਿਲਣ, ਉੱਥੇ ਵੀ ਕੁਝ ਮੁੱਦੇ ਚੱਕਣਗੇ। ਸੋ ਬਹੁਤ ਕੰਮ ਆ ਕਰਨ ਵਾਲਾ ਆਉਣ ਵਾਲੇ ਦਿਨਾਂ 'ਚ। ਉਸੇ ਕਰਕੇ ਕਹਿੰਦੇ ਕਿ ਸਾਡੇ ਨਾਲ ਬੈਠਕਾਂ ਕਰਨੀਆਂ ਉਹਨਾਂ ਦੀਆਂ ਬਹੁਤ ਜ਼ਰੂਰੀ ਹੈ। ਜੀ ਬਿਲਕੁਲ ਸਹੀ ਗੱਲ ਹੈ, ਕਿਉਂਕਿ ਹਜੇ ਤੱਕ 1 ਦਿਨ ਦਾ ਵਨਡੇ ਮੈਚ ਹੋਇਆ ਵਿਧਾਨ ਸਭਾ ਸੈਸ਼ਨ, ਜਿਹਦੇ 'ਚ ਮਤਾ ਪਾਇਆ ਵੀ ਚੰਡੀਗੜ੍ਹ ਸਾਨੂੰ ਮੋੜੋ ਤੇ ਅਸੀਂ ਜਿਹੜੇ ਫੈਸਲੇ ਨੇ ਚੰਡੀਗੜ੍ਹ 'ਚ ਦੂਜੇ ਰੂਲ ਲਾਗੂ ਹੋਣ ਦੇ, ਉਹ ਅਸੀਂ ਨਾਪਸੰਦ ਕਰਦੇ ਹਾਂ। ਪਰ ਕੁੱਲ ਮਿਲਾ ਕੇ ਉਸ ਤੋਂ ਬਾਅਦ ਚੰਡੀਗੜ੍ਹ ਦੇ ਮਾਮਲੇ ਦੇ ਵਿੱਚ ਵੀ ਕੋਈ ਪ੍ਰਗਤੀ ਸਾਨੂੰ ਨਹੀਂ ਦਿਖੀ। ਨਿਸ਼ਚਿਤ ਤੌਰ ਤੇ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਭਗਵੰਤ ਮਾਨ ਉਹਨਾਂ ਨੂੰ ਹੁਣ ਵੀ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਹੈ ਉਹਦੇ 'ਚ ਕਾਨੂੰਨ 'ਚ ਅਮੈਂਡਮੈਂਟ ਕਰਨੀ ਚਾਹੀਦੀ ਹੈ ਤਾਂ ਕਿ 1100 ਕਰੋੜ ਰੁਪਇਆ ਪੰਜਾਬ ਕੋਲੇ ਆਵੇ। ਬਿਲਕੁਲ ਮਨਪ੍ਰੀਤ ਜੀ, ਸੋ ਬਹੁਤ ਵਿਸਥਾਰ ਦੇ ਨਾਲ ਮਨਪ੍ਰੀਤ ਜੀ ਨੇ ਵੀ ਕਈ ਗੱਲਾਂ ਕੀਤੀਆਂ ਨੇ, ਕਈ ਤੱਥਾਂ ਤੋਂ ਪਰਦਾ ਚੱਕਿਆ। ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ, ਤੁਸੀਂ ਵਕਤ ਕੱਢਿਆ ਔਰ ਇਹਨਾਂ ਅਹਿਮ ਵਿਸ਼ਿਆਂ ਦੇ ਉੱਤੇ ਗੱਲਬਾਤ ਕੀਤੀ। ਬਹੁਤ ਬਹੁਤ ਧੰਨਵਾਦ।